ਧੰਨ ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰਗ, ਸੇਲ ਪੂਜਸ ਬਗਲ ਸਮਾਦੰਗ। ਮੁਖ ਝੂਠ ਵਿਭੂਖਣ ਸਾਰੰਗ, ਤ੍ਰੈ ਪਾਲ ਤਿਹਾਲ ਵਿਚਾਰੰਗ। ਗਲ ਮਾਲਾ ਤਿਲਕ ਲੀਲਾਟੰਗ, ਦੋਇ ਧੋਤੀ ਬਸਤਰ ਕਪਾਟੰਗ। ਜੇ ਜਾਨਸ ਬ੍ਰਹਮੰਗ ਕਰਮੰਗ, ਸਭ ਫੋਕਟ ਨਿਸਚੋ ਕਰਮੰਗ। ਕਹੋ ਨਾਨਕ ਨਿਹਚੋ ਧਿਆਵੈ, ਵਿਨ ਸਤਿਗੁਰ ਵਾਟ ਨਾ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋਂ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ 14ਵੀਂ ਪੌੜੀ ਦੀ ਵਿਚਾਰ ਜਿਹੜੀ ਉਹ ਪਿਛਲੇ ਦਿਨਾਂ ਤੋਂ ਆਰੰਭ ਹੈ। ਇਸ ਪੌੜੀ ਦੇ ਨਾਲ ਦੋ ਸ਼ਲੋਕ ਨੇ, ਉਹ ਦੋਨੇ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਪਹਿਲੇ ਸ਼ਲੋਕ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਅੱਜ ਜੋ ਵਿਚਾਰ ਅਧੀਨ ਸ਼ਲੋਕ, ਇਹ ਦੂਸਰਾ ਸ਼ਲੋਕ ਹੈ। ਇਸ ਸ਼ਲੋਕ ਦੇ ਬਾਰੇ ਕਈ ਵਿਦਵਾਨ ਇਹ ਗੱਲ ਮੰਨਦੇ ਨੇ ਕਿ ਇਹ ਸ਼ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਸੇ ਪੰਡਤ ਨੂੰ, ਕਿਸੇ ਬ੍ਰਾਹਮਣ ਨੂੰ ਮੁਖਾਰਬਿੰਦ ਹੋ ਕੇ ਉਚਾਰਨ ਕੀਤਾ ਹੈ। ਪਰ ਇੱਕ ਗੱਲ ਯਾਦ ਰੱਖਿਓ, ਗੁਰੂ ਸਾਹਿਬ ਦੇ ਅੱਗੇ ਕੋਈ ਵੀ ਮਨੁੱਖ ਆਉਂਦਾ ਹੈ ਜਿਹੜਾ ਪਖੰਡੀ ਹੈ, ਜਿਹੜਾ ਕਪਟੀ ਹੈ, ਉਹ ਕਿਸੇ ਵੀ ਮੱਤ ਦਾ ਹੋਵੇ, ਗੁਰੂ ਉਹਨੂੰ ਜਿਹੜਾ ਹੈ ਉਹਦਾ ਅਸਲੀ ਚਿਹਰਾ ਵਿਖਾ ਕੇ ਤੇ ਉਹਨੂੰ ਕੂੜ ਤੋਂ, ਕਪਟ ਤੋਂ ਕੱਢ ਕੇ ਰੂਹਾਨੀਅਤ ਵੱਲ ਨੂੰ ਪ੍ਰੇਰਨ ਦਾ ਯਤਨ ਕਰਦਾ। ਜੇ ਅਸੀਂ ਇਹ ਗੱਲ ਕਹਿ ਦਈਏ ਕਿ ਗੁਰੂ ਸਾਹਿਬ ਨੇ ਗੱਲ ਲਾ ਕੇ ਕਹੀ, ਜਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਹੀਨਤਾ ਵਿਖਾਉਣ ਵਾਸਤੇ ਜਾਂ ਨੀਵਾਂ ਵਿਖਾਉਣ ਵਾਸਤੇ ਇਹ ਸ਼ਲੋਕ ਉਚਾਰਨ ਕੀਤਾ, ਯਾਦ ਰੱਖਿਓ ਗੁਰੂ ਕਦੀ ਵੀ ਦਵੈਸ਼ ਦੇ ਵਿੱਚ ਨਹੀਂ ਬੋਲਦਾ। ਈਰਖਾ ਹੋਵੇਗੀ ਸਾਡੇ ਅੰਦਰ ਹੋਵੇਗੀ। ਅਸੀਂ ਗੁਰੂ ਸਾਹਿਬ ਦੇ ਸ਼ਬਦ ਕਈ ਵਾਰੀ ਈਰਖਾ ਵਸ ਹੋ ਕੇ ਕਿਸੇ ਨੂੰ ਬਾਣੀ 'ਚੋਂ ਬੋਲ ਦਿੰਦੇ ਹਾਂ, ਪਰ ਅੰਮ੍ਰਿਤ ਬਾਣੀ ਦਾ ਫੈਸਲਾ ਹੈ, ਕਹਿਣਗੇ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਗੁਰੂ ਸਾਰਿਆਂ ਦਾ ਭਲਾ ਚਾਹੁੰਦਾ। ਗੁਰੂ ਕਦੀ ਵੀ ਕਿਸੇ ਨੂੰ ਈਰਖਾ ਵਸ ਹੋ ਕੇ ਨਹੀਂ ਜਿਹੜਾ ਬਚਨ ਕਰਦਾ। ਦੂਸਰੀ ਬੇਨਤੀ, ਗੁਰੂ ਜਿਹੜਾ ਉਹ ਸ਼ੀਸ਼ੇ ਦੀ ਨਿਆਈ ਹੁੰਦਾ ਹੈ। ਤੁਸੀਂ ਵੇਖੋ ਸ਼ੀਸ਼ੇ ਦੇ ਕੋਲ ਕੁਝ ਗੁਣ ਨੇ, ਖਾਸ ਕਰਕੇ ਸ਼ੀਸ਼ੇ ਦੇ ਸਾਹਮਣੇ ਜਿਹੜਾ ਵੀ ਇਨਸਾਨ ਜਾਂਦਾ ਹੈ ਨਾ, ਪਹਿਲੀ ਗੱਲ ਹੈ, ਪਹਿਲਾ ਉਹਦਾ ਗੁਣ ਹੈ ਕਿ ਸ਼ੀਸ਼ਾ ਮਨੁੱਖ ਨੂੰ ਉਹਦਾ ਉਹੋ ਜਿਹਾ ਰੂਪ ਵਿਖਾ ਦਿੰਦਾ ਹੈ। ਸ਼ੀਸ਼ੇ ਦੇ ਮਨੁੱਖ ਸਾਹਮਣੇ ਜਾਂਦਾ ਹੈ ਤੇ ਜੇ ਉਹਦੇ ਕੋਈ ਦਾਗ ਧੱਬਾ ਲੱਗਾ ਹੋਇਆ ਹੈ, ਜੇ ਉਹਨਾਂ ਕੋਈ ਚਿਹਰੇ ਦਾ ਹੁਲੀਆ ਵਿਗੜਿਆ ਹੋਇਆ ਹੈ, ਸ਼ੀਸ਼ਾ ਕੋਈ ਵੀ ਆਪਣੇ ਅੰਦਰ ਮੇਰ ਤੇਰ ਨਹੀਂ ਰੱਖਦਾ, ਹੂ ਬਹੂ ਉਹਨੂੰ ਉਹ ਚੀਜ਼ ਵਿਖਾ ਦਿੰਦਾ ਹੈ। ਦੂਸਰਾ ਸ਼ੀਸ਼ੇ ਦਾ ਗੁਣ ਇਹ ਹੈ ਕਿ ਸ਼ੀਸ਼ਾ ਕਦੀ ਕਿਸੇ ਦੇ ਵਿੱਚ ਫਰਕ ਨਹੀਂ ਜੇ ਕਰਦਾ। ਇਹ ਨਹੀਂ ਆਂਦਾ ਕਿ ਇਹ ਸਿੱਖ ਆਇਆ, ਹਿੰਦੂ ਆਇਆ, ਜੈਨੀ, ਬੋਧੀ ਆਇਆ। ਸ਼ੀਸ਼ੇ ਦੇ ਕੋਲ ਜਿਹੜਾ ਵੀ ਜਾਵੇਗਾ, ਸ਼ੀਸ਼ੇ ਦਾ ਕੰਮ ਹੈ ਗੁਰਮੁਖੋ, ਉਹਨੇ ਤੁਹਾਡਾ ਜਿੱਦਾਂ ਦਾ ਚਿਹਰਾ ਉੱਦਾਂ ਦਾ ਸਾਹਮਣੇ ਕਰ ਦੇਣਾ ਹੈ। ਗੁਰੂ ਸਾਹਿਬ ਨੂੰ ਵੀ ਗੁਰੂ ਘਰ ਦੇ ਵਿੱਚ ਸ਼ੀਸ਼ੇ ਦੇ ਨਾਲ ਤੁਲਨਾ ਦਿੱਤੀ ਹੈ। ਭਾਈ ਨੰਦ ਲਾਲ ਸਾਹਿਬ ਦਾ ਇੱਕ ਬਚਨ ਹੈ ਕਿ ਹੱਕ ਹੱਕ ਆਇਨਾ ਗੁਰੂ ਗੋਬਿੰਦ ਸਿੰਘ। ਆਇਨਾ ਕਹਿੰਦੇ ਨੇ ਸ਼ੀਸ਼ੇ ਨੂੰ, ਕਹਿੰਦੇ ਗੁਰੂ ਗੋਬਿੰਦ ਸਿੰਘ ਸ਼ੀਸ਼ਾ ਹੈ। ਫਰਕ ਇੰਨਾ ਕਿ ਬਾਹਰੇ ਸ਼ੀਸ਼ੇ ਦੇ ਵਿੱਚ ਮਨੁੱਖ ਚਿਹਰਾ ਵੇਖੇ, ਉਹਨੂੰ ਆਪਣੇ ਚਿਹਰੇ ਦੇ ਉੱਤੇ ਦਾਗ ਧੱਬੇ ਦਿਸ ਜਾਂਦੇ ਨੇ। ਜਿਹੜਾ ਗੁਰੂ ਰੂਪੀ ਸ਼ੀਸ਼ੇ ਦੇ ਵਿੱਚ ਆਪਣੇ ਅੰਦਰ ਨੂੰ ਝਾਤੀ ਮਾਰਦਾ, ਉਹਨੂੰ ਆਪਣੇ ਸਾਰੇ ਔਗਣ ਦਿਖ ਪੈਂਦੇ ਨੇ। ਗੁਰੂ ਦਰਪਣ ਦੀ ਨਿਆਈ ਹੈ, ਗੁਰੂ ਸ਼ੀਸ਼ੇ ਦੀ ਨਿਆਈ ਹੈ।
सो ये जिहड़ा सलोक है ये सतगुरां ने उस मनुख दे लई जिहड़ा उचारण कीता जिहड़ा कर्म कांड करदा पिया विखावे दे फोकट कर्म कांड केवल। जे एक गल याद रखियो, सिख भी ये धर्म का बाणा पहन के, जे एक मुसलमान अपने धर्म का बाणा पहन के, जे एक हिंदू धर्म का बाणा पहन के कहेगा वो झूठ कपट कमावेगा तो सतगुरां दा उपदेश सारिਆਂ ਦੇ ਲਈ ਇਹੋ ਹੋਵੇਗਾ, ਸਲੋਕ ਇਹੋ ਢੁਕੇਗਾ ਉੱਥੇ। क्योंकि अमृत बाणी का फैसला है खत्तरी ब्राह्मण शूद वैस उपदेश चौं वर्ना को संझ। इस करके ये मैं तां इन्नी क बेनती कर दी आरंभ च, क्योंकि जिहड़े अर्थ करने ने आपां अखरी वो वेखण नूं तुहानूं इउं महसूस होणगे कि जिवें हिंदू मत दे ने। इहदे च बगले समाधि का जिक्र आउणा है, सिल पूजस का आउणा है, धोती का आउणा है, माला का आउणा है, तिलक का आउणा, ये सारे ब्राह्मणी कर्म ने। पर मैं बेनती करा, जे सिख भी अपने कर्म करदा होया अंदर परमात्मा नूं विसारी बैठा, अंदर उहदे कर्म कांड है, तो सिख का भी जीवन इहो होवेगा, सतगुरु उहनूं भी इहो उपदेश देणगे। सो ये जिहड़ा सलोक है इहदा मूल तत्त भाव इन्ना है कि कहो नानक निहचौ ध्यावै। निहचौ का अर्थ हुंदा निश्चा, यकीन, भरोसा। सतगुरु कहण लगे भलिया जिहड़ा मनुख परमात्मा नूं निश्चे दे नाल ध्याउंदा है ना, जिहड़ा मनुख परमात्मा की बंदगी भरोसे दे नाल करदा है, तो याद रखियो बेड़ा बन्ने उहदा हुंदा है। अगे नाल ही सतगुरां ने एक गल कह दी, कह लगे परमात्मा दे उत्ते निश्चा यकीन रखना अत लाजमी है, पर दूजी गल यह है कि बिन सतगुर वाट ना पावे। गुरु तो बिना इस निश्चे का रस्ता जिहड़ा इस भरोसे का मार्ग मनुख नूं मिलदा नहीं। इहदा इउं अर्थ करांगे, बिन सतगुर वाट ना पावे, गुरु तो बिना मनुख नूं रूहानीयत का रस्ता नहीं, तो भरोसे तो बिना मनुख जिहड़ा वो परमात्मा के दर ते कबूल नहीं हो सकता। ये दो चीज़ां इकट्ठियां चलणगियां। पहली गल कि गुरु तो बिना सानू कोई अध्यात्मक मार्ग नहीं दस सकदा। दूसरी बेनती कि निश्चय तो बिना साडी कीती हुई बंदगी जिहड़ी वो परमात्मा के दर ते कबूल नहीं होनी। ये अज दे शब्द का अंतरी भाव है, इनू आपां अखीर ते साझा करांगे। आरंभ दे विच सतगुरु जी सानू कुछ फोकट कर्म कांड जिहड़े वो समझा रहे ने। आरंभ च सतगुरु बख्शिश करते हैं महला पहला, ये 14वीं पौड़ी का दूसरा सलोक है। गुरु नानक साहब महाराज जी के मुखार बिंद तो उचारण किया है। सतगुरु कह लगे पढ़ पुस्तक संध्या बादंग। पढ़ का अर्थ है पढ़ के, पुस्तक का अर्थ है धार्मिक ग्रंथ, संध्या का अर्थ होंदा संधि होना, मेल होना। संध्या वैसे असी शब्द ज़्यादातर ये शाम वेले वरतते हैं। संध्या दो समय हुंदी है, एक शाम नूं हुंदी है, सूरज अजे पूरा अस्त नहीं होया, अजे दिन हैगा है थोड़ा थोड़ा, पर रात का पक्ष लगता जा रहा, ना दिन कह सकते हैं ना असीं उहनूं रात कह सकते। विचला जिहड़ा समा उहनूं संध्या कहा जाता है। इधरों रात नूं जदों प्रभात हुंदी है, अजे चंद्रमा पूरा खत्म नहीं होया, सूरज की टिक्की नहीं निकली, उस समय चंद्रमा छिप रहा है, सूरज उदय हो रहा है, उहदे विचला समा उहनूं भी संध्या कहा जाता है। इस करके संध्या दो समय हुंदी है, सवेरे ते शाम। सतगुरु कह लगे पढ़ पुस्तक, तू पुस्तक नूं धार्मिक ग्रंथां नूं पढ़ के संध्या करदा है, भाव मंदिर दे विच जाके दो समय जिहड़ा है वो परमात्मा की बंदगी करदा है, उहदा नाम जपना अपने दसे हुए धार्मिक ग्रंथां दे मुताबक। इत्थे बस नहीं, अगे शब्द है बादंग। बाद का अर्थ हुंदा वाद विवाद चर्चा, इत्थे अर्थ करांगे बैसम बैसा। हुण जिहड़ा विद्वान है ना, उन्होंने एक गल की बड़ी तगड़ी मुश्किल बनी रहिंदी है। तुसीं किसी मनुख नूं डाइट जिहड़ी है उहदी पाचन क्रिया तो वध दे दिओ ना, उहनूं पचदी नहीं। मस्कीन जी कहिंदे हुंदे सन, जे एक आम मनुख नूं तुसीं भलवान वाली खुराक खवा दिओ, वो उल्टियां करदा फिरदा है, उहनूं पचेगी नहीं। इहो त्रिहाल इन्हां को साडे वर्गे विद्वानां दा है। ज्ञान हो जाना अलग गल है, ज्ञान नूं पचा लेना अलग गल है। हुण सतगुरु कहिंदे इहदे कोल ज्ञान तो आ गया, हुण ये ज्ञान इनू पचदा नहीं पिया, थां थां ते उल्टियां करदा फिरदा है। कदी किसे नूं कहिंदा मेरे नाल विचार चर्चा छेड़, कदी किसे नूं कहिंदा मेरे नाल विचार चर्चा छेड़। अज तो चलो धार्मिक दुनिया दे विच जां आम दुनिया दे विच तकरीबन असीं पढ़दे लिखदे जा रहे हैं। जिन्हां समयां दे विच विद्या केवल ते केवल ब्राह्मणां दे कोल हुंदी सी, उदों विचार चर्चा बड़ियां हुंदियां सन। थां थां दे उत्ते ये जिवें अज कोई ना कोई कैंप लगदा है, जां अज कोई ना कोई जादूगर आ जाता, मजीशियन आ जाता है,
कोई तमाशा लगता है ना, वो उदों इन्हां विद्वानां दा तमाशा लगदा हुंदा सी। वो एक दूजे नूं बहसम बहसा करदे हुंदे सन। ये आपां जिक्र कीता सी जदों पड़ पड़ गड्डी लद्दी दा श्लोक आया सी। उदों जिहड़ा विद्वान जित जांदा सी, जित्तिया होया हारे होए दीयां किताबां अपने नाल लैके चलिया जांदा सी, वो वाद विवाद करदा है। सतगुरु कहंदे ये किहो जिहा ज्ञान होया? ज्ञान दा कर्म है तू ज्ञान दे नाल किसे दा भला कर। ज्ञान का काम है, जिहड़ा तेरे कोल ज्ञान हासिल है वह ज्ञान लोगों के विच वंड तां जो उन्हां दी अज्ञानता दूर हो सके, उन्हां नूं सोझी पवे। पर सतगुरु कह लगे ये की करदा है? पहलां धार्मिक कर्म करदा है, पढ़ पुस्तक अपने धार्मिक ग्रंथां दा पाठ रटन करदा है, संध्या सवेरे शाम जिहड़ी मर्यादा निभाउंदा है, बादंग फिर विचार चर्चा छेड़दा है। तो मैं नाल दी नाल अर्थ करी जाने, गुरमुखो साडा भी इहो हाल है। असीं भी नितनेम करदे हां, धार्मिक पुस्तकां जां गुरबाणी जिहड़ी आपां भी पढ़दे हां, साडी विचार चर्चा बड़ी है। एक विचार चर्चा हुंदी है कि मनुख कुछ जानन की कोशिश करे, पर अज जानन की घट हुंदी है। अज विचार चर्चा नाल असीं एक दूजे दे सिर पाड़न नूं फिरदे हां। हुण ते काम ही बड़ा सौखा हो गया, लोग सोशल मीडिया के उत्ते एक दूजे के उत्ते जिहड़ी विद्वता ने, जिहड़े ज्ञान ने सानूं एक गुड करैक्टर का जां वधिया जीवन का सर्टिफिकेट देना सी ना, अज उस ही ज्ञान के नाल एक दूजे के उत्ते चिक्कड़ सुट्टिया जा रहा है। ये इदां ही एक मनुख कोई चीज़ स्पीच करता किसी विषय के उत्ते, दूसरा उस विषय नूं लैके उन्होंने भंडन का यतन करता है। दोवें पासे ज्ञान है, पर एक जना कथा की जा रही है, दूसरा उन्होंने जिहड़ा वो भंडिया जा रहा है। सतगुरु कहते ये बहसम बहसा हो रहा है, इस चीज़ का कोई लाभ नहीं। सतगुरु कह लगे पढ़ पुस्तक संध्या बादंग, अगे शब्द है सिल पूजस बगल समादंग। सिल का अर्थ है सिल, वो ठाकुर, वो पत्थर की मूर्ति जिन्हों जिहड़े हिंदू मत वाले ठाकुर कह के उन्होंने पूजते हैं, मंदिरों के विच रखी हुंदी है। सिल पूजस कहते तू एक सिल नूं, एक पत्थर नूं रब कह के पूजदा है। बगल समादंग, बगुल का अर्थ है बंगला, तो कह लगे बगले दे वांग ये समादंग का अर्थ है समाधि लाउंदा है। हुण ये पंडित की करदा, विद्वान की करदा है कि इन्हें मंदिर दे विच गया, पुस्तक नूं पढ़िया, संध्या कीती, विचार चर्चा कीती, मूर्ति की पूजा करके सतगुरु कहंदा बगले दे वांग ऐ समाधि ला के बैठा होया है। अज ये साडे विच भी बड़ियां चीज़ां आ रहीआं ने। कई साडे सिख भी ऐ लक दी हड्डी बिल्कुल सीधी करके बैठे होणगे कि पता नहीं इन्हां अज ही रब नूं फड़ लैणा है। याद रखियो ये योग आसन अलग विषय है, रूहानीयत का एक अलग विषय है। तुसीं पद्म आसन दे विच बैठदे ते उहदे विच इदां हुंदा है, सज्जा जिहड़ा पैर वो खब्बे पड़ ते चाढ़िया जांदा, खब्बा सज्जे ते चाढ़िया जांदा, लक रीढ़ की हड्डी सीधी रखी जाती, चंगी गल है। साडे जो कोई मिलटरी वाले कुछ फौजी जां वो कदे भी बैठते हैं असैंबली दे विच, वो भी तुसीं वेखो वो लक नूं सीधा रख के बैठते हैं, चंगी गल है लक नूं सीधा रख के बैठना। पर यह गल भुलेखे दे विच पाउणी कि लक सीधा करके चौंकड़ी मार के अखां बंद के बैठण दे नाल रब मिल जूगा, ये बड़ा तगड़ा भुलेखा है। इनू मैं एक उदाहरण दे देना इतिहास दे विचों। गुरु नानक साहब महाराज जी जिस वेले यात्रा ते जांदे ने पहली उदासी ते रस्ते दे विच एक साधु पखंडी जिहड़ा है वो जोगी बैठा होया है। उन्हें की कीता कि उहदे अगे एक जिहड़ी फट्टी पई हुई है उहदे ते साल ग्राम रखिया होया, पत्थर रखिया, उहनूं पूजदा, उहदे लागे पैसिਆਂ वाला लोटा पिया होया है। हुण वो कई बारी ऐ लक सीधा करके बैठा, कई बारी अखां बंद कर लैंदा ते किसी वेले अखां खोल लैंदा है। जो अखां बंद करदा है कहंदा हुण मैनूं शिवपुरी दे दर्शन हो रहे ने, हुण मैनूं ब्रह्मपुरी दे दर्शन हो रहे ने, हुण मैं स्वर्गां दे विच जा रहा, हुण मैं इंद्रपुरी दे विच जा रहा। तो लोग बस प्रजा अंधी ज्ञान वेन कूड़क सत मुखो अलाई, प्रजा बस जय बाबे दी करदे उस लोटे च पैसे पा के ते बाबे नूं मत्था टेकी जा रही है। गुरु नानक साहब भाई मरदाने नूं कह लगे, मरदाने आ तैनूं तमाशा विखावां। भाई मरदाने नूं पता है कि गुरु नानक साहब हुण कोई कौतक रचणगे। गुरु नानक साहब भी जिवें लोक करते हैं जाके सारिਆਂ तो अगे हो के जिहड़ा सी उस जोगी दे सामने बैठ गए। तो सतगुरु देखते हैं कि जोगी की करता है, अखा बंद बंद करके करी जाता है। नाल विचों ये भी कही जाता जिन्हें स्वर्गपुरी दे विच जिन्हें इंद्रपुरी दे दर्शन करने ने जां जिन्हें अपनी थां पक्की कराउणी, लोटे दे विच माया पाई जाओ। मसला तो माया का सी, उहदे बाप की थोड़ी खरीदी हुई है। ये एक केवल तो केवल एक भुलेखा सी। गुरु नानक साहब बैठे हुए ने, इन्हें की कीता कि लोटे दे विच लोकां दे कोल माया पवा रहा ते अखा बंद कर रहा है।
एक बार अख बंद की तो कुछ समा जो लम्मा समा इन्हें अखा खोलियां ना, ऐ समाधि ला के बैठा है तो मूँह के उत्तों जो रटन रटिया होया, मैं शिवपुरी जा रहा, फलानी पुरी जा रहा, आ दर्शन हो रहा, मैनू आ दर्शन हो रहा है। हुण मैनू माफ़ करना, भुलेखा तो सानू भी इदा पाया जाता ना। साडे प्रचारक भी पिछे जे एक वीडियो आई सी काफ़ी समा पहला कि मैं जी स्वर्गा दे संतरे खाधे। वो इन्हां गुरमुखों भुलेखियां दे विचों निकलो। कोई तुहानू कहिंदा अखा बंद करके स्वर्ग है जी, नरक है, फलान है, धमकान है, ये इन्हां चीज़ां चों निकलो। अमृत बाणी का फैसला कह लगे मैनू ना तो स्वर्ग चाहिए ने, ना नरक चाहिए ने, ना कुछ होर चाहिए है, ना राज भाग चाहिए, मैनू तेरे चरनां की प्रीत चाहिए। राज ना चाहो मुक्त ना चाहो मन प्रीत चरण कमलारे। या असी ये भी शब्द पढ़ते हैं, क्या नरक क्या स्वर्ग बेचारा संतन दो राधे, कहते रब दे प्यारे इन्हां दोनों चीज़ों रद्द करते असी नहीं मानते। पर अज भी साडे सामने कोई पखंडी बाबा आण के ये गल कह दे कि मैं अखा बंद करके इदां कर दांगा, तुहाडा अग्गा पिछा वेख के दस दांगा, जीवन का रूप रेखा दस दांगा। तो याद रखियो, मैनू माफ़ करियो, असी गुरु ग्रंथ साहिब की हजूरी दे विचों उठ के उहदे कोल पहलां भज्जे जाने। अज भी किते ना किते गुरु ग्रंथ साहिब की हजूरी च कोई साध कोई पखंडी आ जाए ना, तो गुरु साहिब की हजूरी च उठ के संगत उहदे सत्कार नूं भज्जी जाती है, इवें बाबा नहीं कोई बला आ गई हुंदी है। मैं एक बेनती करा, जिथे गुरु ग्रंथ साहिब का स्वरूप है, कोई महान आत्मा उर च बैठी है, नाम जपन वाली बंदगी करने वाली, उहदा सत्कार है। पर सिख गुरु ग्रंथ साहिब तो बिना गुरु साहिब की हजूरी दे विच किसी नूं नमस्कार ना करे, ये साडी मर्यादा है। चलो हुण वो की करदा, अखा बंद करके कहिंदा है कि मैं शिवपुरी कदी कीती, चला गया। गुरु नानक साहब ने इशारा किया, भाई मरदाना जी नूं कह लगे मरदानिया ये शिवपुरी आप हुणे कढ़ दिंदे आ। सतगुरु की करा, कह लगे इहदा जिहड़ा पैसिਆਂ वाला लोटा है ना, चुक के दे मगर रखिया, किसी ने झाड़ियाँ लिखिया, किसी ने लिखिया लक दे मगर, पिछे पिठ पिछे रख दिता। हुण अखां बंद करके आप बैठे, सानू पिठ पिछे थोड़ी दिखदा मगर की हो रहा है। जिस वेले भाई मरदाना जी ने लोटा रख दिता तो उन्हें कुछ समय बाद अखां खोल के वेखियां, बगल समाधि सी ना, उन्हें अखां खोल के वेखियां, माड़ी जी अख खोली भी वेख्या लोटा तो अगे है नहीं। मसला सारा लोटे का सी, जो लोटा ना अगे दिसिया अग वांग लाल हो गया। कह लगा तुहानू श्राप लगेगा, सारे नरकां दे भागी हो गए। संतां महात्मा दे नाल मजाक करते हैं। हुण जिहड़े अन्ने भगत सन वो सारे डर गए कि बाबा जी ने श्राप दे देना, पता नहीं की हो जाना। असी भी श्राप तो डरदे। मैं बड़ी वारी कहा है, सिख नूं कदी श्राप नहीं लगता। जिहड़ा गुरु ग्रंथ साहिब की बाणी पढ़दा ना, उन्होंने कदी श्राप नहीं लगता। जे श्राप लगता होवे ना, मैं बड़ी वारी अपना जिक्र किया है कि जिन्ना क असी इन्हां बाबियां दे खिलाफ बोलते हैं तो मेरे वर्गा जांदिया भावें मोटरसाइकिल तो थल्ले पिया होवे। सो इन्हां भुलेखियां दे विच कदी नहीं पैना कि कोई श्राप लग जू, वार लग जू। मैं पहलां ही बेनती कर दी, गुरु एक बाप अपने बच्चे का गुरु चंगा कदी माड़ा नहीं चाहुंदा, गुरु कदी अपने सिख जगियासू का माड़ा नहीं जे करदा। श्राप सरूप तो ना कदी भी डरिया करो। जे कोई आखे ना मैं तेनों इदां करदा, वो तू वाला वाह लाला अपनी जिन्नी ला सकदा, तेरा कुछ नहीं तू मेरा बिगाड़ सकदा। ये एक सच्चाई है। जे कोई तुहानू मंत्र शंत्र मारन का यतन भी करे ना, उन्होंने जो मर्जी कर दे, उन्होंने कह तू लाला जोर कुछ नहीं होने लगा। हुण वो शराप दे रहा, कहता मैं श्राप दे दांगा, सारा कुछ राख करके रख दांगा। संगत सारी डर गई। गुरु नानक साल ठरमे दे नाल कहन लगे जोगी जी की हो गया। अगों गर्म होकर गुस्से नाल बोलिया, कहता तुहानू पता नहीं मेरा लोटा जिहड़ा नज़र नहीं आ रहा। सतगुरु कहते असी भी तुहाडे नाल सा, तुसी भी बैठे सो, लोटा गया किथे? कहता मैनू की पता। सतगुरु कहते तुसी किथे सो? कहता मैं तो त्रै लोकां दे विच सा। मैं कदी इंद्रपुरी, कदी शिवपुरी, कदी ब्रह्मपुरी, कदी मात लोक, कदी किते फिर रहा सा। सतगुरु कहते अच्छा। कहते जोगी जी तुसी सारियां पुरियां फिरियां? जोगी कहता हाँ। सतगुरु कहते फिर लोटा? कहता बस जो मैं फिर रहा सा पुरियां दे विच, किसी ने लोटा फड़ के लुकाता। सतगुरु कहते बाकी पुरियां दी गल छड्डो, जे तुहाडी निगाह इन्नियां थावां ते जांदी है, अखां बंद करके मात लोक च ध्यान मार लो, लोटा भी तुहाडा किते इत्थे पिया होवेगा। ये एक लॉजिक सी मेरे सतगुरां दा। जे अखां बंद करन दे नाल स्वर्ग दीदे ने, इंद्रपुरी ब्रह्मपुरी दीदी है, तो मात लोग तो लागे ही है ना। जे उस समय च कोई टैक्नोलॉजी तो होंदी नहीं सी, जे कोई भज के भी लका आया होगा तो 2-4 किलोमीटर गया होगा। सतगुरु कहते इन्नी क रेंज होनी चाहिए ना तुहाडी, तुसी जाके लोटा लभ लो। जो ये गल कही, उन्होंने पता लग गया कि अगे जिहड़ा बाबा ये कोई आम बंदा नहीं, क्योंकि गुरु नानक साहब बारे ये गल प्रचलित हो चुकी सी कि नानक तपा जिहड़ा इहो जे पखंडियां दे पखंड उधेड़दा है। आखिर गुरु नानक साहब के चरनां ते डिग्गा, कह लगा मेरे को गलती हो गई, मैनू बख्श लो। सतगुरु कह लगे भाई मरदाना जी नूं,
ਕਹਿਣ ਲੱਗੇ ਮਰਦਾਨੇ ਇਹਦੇ ਪਿੱਠ ਪਿੱਛੋਂ ਲੋਟਾ ਲਿਆ ਦੇ। ਕਹਿਣ ਲੱਗੇ ਜੋਗੀ ਜੀ ਕਿਉਂ ਲੋਕਾਂ ਨੂੰ ਰੱਬ ਦੇ ਨਾਂ ਤੇ ਠੱਗਦੇ ਪਏ ਜੀ। ਉਸ ਵੇਲੇ ਜੋਗੀ ਇੱਕ ਜੋਗੀ ਦਾ ਸਤਿਗੁਰਾਂ ਨੇ ਉਧਾਰ ਕੀਤਾ ਸੀ। ਅੱਜ ਜੋਗੀ ਦੇ ਰੂਪ ਦੇ ਵਿੱਚ ਇਹ ਸਿੱਖ ਭੇਖ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਇਹੋ ਜਿਹੇ ਜੋਗੀ ਬਣੇ ਫਿਰਦੇ ਨੇ ਜਿਹੜੇ ਇਹਨਾਂ ਚੀਜ਼ਾਂ ਦਾ ਵਹਿਮ ਪਾ ਕੇ ਸਾਡੀ ਕੌਮ ਨੂੰ ਜਾਂ ਸਾਡੇ ਸਿੱਖਾਂ ਨੂੰ ਉਹ ਭੁਲੇਖਿਆਂ ਦੇ ਵਿੱਚ ਪਾ ਰਹੇ ਨੇ। ਮੈਨੂੰ ਇੱਥੇ ਇੱਕ ਗੱਲ ਯਾਦ ਆ ਗਈ। ਇੱਕ ਵਾਰ ਇੱਕ ਸਾਧ ਕਿਸੇ ਚੇਲਿਆਂ ਦੇ ਘਰੇ ਚਲੇ ਗਿਆ। ਕਈਆਂ ਦੇ ਮਨ 'ਚ ਹੁੰਦਾ ਨਾ ਸਾਡੇ ਮਹਾਂਪੁਰਖਾਂ ਨੇ ਘਰ ਆਉਣਾ, ਉਹਨਾਂ ਕਿਤੇ ਬੰਬੀ ਦਾ ਬੋਰ ਕਰਾਉਣਾ ਸੀ ਤੇ ਉਹਨਾਂ ਕਿਹਾ ਕਿ ਬਾਬਾ ਜੀ ਇੱਕ ਦੋ ਵਾਰੀ ਬੋਰ ਕਰਾਇਆ ਤੇ ਬੋਰ ਬਹਿ ਗਿਆ। ਕਈ ਵਾਰੀ ਇੱਦਾਂ ਹੁੰਦਾ, ਪੈਲੀਆਂ ਵਾਲਿਆਂ ਨੂੰ ਪਤਾ ਕਿ ਕਈ ਥਾਵਾਂ 'ਤੇ ਬੋਰ ਨਹੀਂ ਵੀ ਸੈੱਟ ਬਹਿੰਦਾ ਜਾਂ ਬਹਿ ਜਾਂਦਾ ਹੈ ਬੋਰ। ਉਹ ਕਹਿੰਦਾ ਕੋਈ ਨਹੀਂ ਮੈਂ ਆਵਾਂਗਾ ਤੁਹਾਨੂੰ ਦੱਸ ਦਾਂਗਾ ਕਿੱਥੇ ਕੁ ਬੋਰ ਫਿੱਟ ਹੈ। ਉਹਨੇ ਆਪਣੇ ਮੰਤਰ ਜੇ ਮਾਰੇ ਤੇ ਝੂਠ ਸੱਚ ਮਾਰ ਕੇ ਮਾਇਆ ਇਕੱਠੀ ਕਰਕੇ ਜਾਣੀ। ਕਹਿੰਦਾ ਜੀ ਫਲਾਣੀ ਜਗ੍ਹਾ ਇੱਥੇ ਬੋਰ ਕਰ ਦਿਓ, ਇੱਥੋਂ ਪਾਣੀ ਜਿਹੜਾ ਹੈ ਉਹ ਬਿਲਕੁਲ ਮਿੱਠਾ ਵੀ ਨਿਕਲੇਗਾ, ਚੰਗਾ ਨਿਕਲੇਗਾ, ਬੋਰ ਵਧੀਆ ਚੱਲੇਗਾ ਤੁਹਾਡਾ। ਉਹ ਜਿਹੜੇ ਘਰ 'ਚ ਬੱਚੇ ਸੀ ਨਾ ਉਹ ਬੜੇ ਸ਼ਰਾਰਤੀ ਸੀ। ਉਹਨਾਂ ਕੀ ਕੀਤਾ, ਕਹਿੰਦੇ ਬਾਬਾ ਜੀ ਚਲੋ ਠੀਕ ਹੈ ਅਸੀਂ ਇੱਥੇ ਬੋਰ ਕਰਾ ਲੈਂਦੇ ਹਾਂ। ਵੱਡਿਆਂ ਨੇ ਤਾਂ ਗੱਲ ਮੰਨ ਲਈ, ਨਿਆਣੇ ਅਫਲਾਤੂਨ ਸੀ ਸਾਡੇ ਵਰਗੇ। ਉਹਨਾਂ ਕੀ ਕੀਤਾ ਜੀ, ਖੀਰ ਰਿੱਧਤੀ ਨਿਆਣਿਆਂ ਨੇ, ਬੱਚੀ ਨੇ ਕਿਸੇ ਨੇ ਰਿੰਨਤੀ, ਜਵਾਨ ਨੇ, ਉਹਨੇ ਖੀਰ ਫਿੱਕੀ ਰਿੰਨਤੀ। ਫਿੱਕੀ ਰਿੰਨ ਕੇ ਤੇ ਉਹ ਮਹਾਂਪੁਰਖਾਂ ਨੂੰ ਖੀਰ ਦਿੱਤੀ ਤੇ ਕੌਲੀ ਦੇ ਥੱਲੇ ਜਿਹੜਾ ਸੀ ਪਹਿਲਾਂ ਖੰਡ ਪਾਤੀ, ਉੱਤੇ ਖੀਰ ਪਾਤੀ। ਹੁਣ ਉਹਨੇ ਚਮਚਾ ਜਿਹੜਾ ਭਰੇਗਾ ਥੱਲਿਓਂ ਤੇ ਭਰਨੋਂ ਰਿਹਾ, ਉਹਨੇ ਉੱਪਰੋਂ ਚਮਚਾ ਭਰਿਆ। ਉੱਪਰੋਂ ਜਿਸ ਵੇਲੇ ਖੀਰ ਦਾ ਚਮਚਾ ਭਰਿਆ, ਕਹਿਣ ਲੱਗਾ ਤੁਸੀਂ ਕਿਉਂ ਮਜ਼ਾਕ ਕਰਦੇ ਜੇ, ਖੀਰ ਫਿੱਕੀ ਲਿਆਤੀ। ਉਹਨਾਂ ਬੱਚਿਆਂ ਨੇ ਬੜਾ ਸੋਹਣਾ ਜਵਾਬ ਦਿੱਤਾ। ਕਹਿਣ ਲੱਗੇ ਬਾਬਾ ਚਮਚਾ ਹਿਲਾ ਕੇ ਥੱਲੇ ਵੇਖ, ਖੀਰ ਦੇ ਥੱਲੇ ਖੰਡ ਪਈ ਹੈ। ਕਹਿਣ ਲੱਗੇ ਜੇ ਤੈਨੂੰ ਪੋਟਾ ਇੱਕ ਖੀਰ ਤੋਂ ਡੂੰਗੀ ਖੰਡ ਨਹੀਂ ਦਿਖੀ, ਸਾਡੀ ਪੈਲੀ 'ਚ 200-250 ਫੁੱਟ ਤੋਂ ਪਾਣੀ ਕਿੱਥੋਂ ਦੱਸ ਦੇਂਗਾ। ਇਹ ਇੱਕ ਲੌਜਿਕ ਸੀ ਬੱਚਿਆਂ ਦਾ, ਆਪਣੇ ਘਰਦਿਆਂ ਦਾ ਭੁਲੇਖਾ ਕੱਢਣ। ਇਹਨਾਂ ਭੁਲੇਖਿਆਂ 'ਚੋਂ ਨਿਕਲਿਆ ਕਰੋ। ਜੇਕਰ ਤੁਹਾਨੂੰ ਇੱਦਾਂ ਦਾ ਪਖੰਡੀ ਦੰਬੀ ਮਿਲਦਾ ਹੈ ਨਾ, ਅੱਜ ਅਸੀਂ ਪੜ੍ਹੇ ਲਿਖੇ ਹਾਂ, ਇਹਨਾਂ ਲੌਜਿਕ ਦੇ ਨਾਲ ਉਹਦਾ ਪਾਜ ਉਘੇੜਿਆ ਕਰੋ। ਇਹਨਾਂ ਵਹਿਮਾਂ 'ਚ ਪੈਣ ਦੀ ਲੋੜ ਨਹੀਂ। ਸਤਿਗੁਰੂ ਕਹਿਣਗੇ ਸਿਲ ਪੂਜਸ, ਕਹਿੰਦੇ ਮਨੁੱਖ ਕੀ ਕਰਦਾ, ਸਿਲਾਂ ਨੂੰ ਪੂਜਦਾ ਹੈ, ਪੱਥਰ ਨੂੰ ਪੂਜਦਾ ਹੈ। ਬਗਲ ਸਮਾਦੰਗ, ਬਗਲ ਦਾ ਅਰਥ ਹੈ ਬਗਲਾ। ਬਗਲੇ ਤੇ ਹੰਸ ਦੇ ਵਿੱਚ ਫਰਕ ਹੈ। ਵੇਖਣ ਨੂੰ ਬਗਲਾ ਤੇ ਹੰਸ ਇੱਕੋ ਜਿਹੇ ਲੱਗਦੇ ਨੇ, ਪਰ ਹੰਸ ਜਿਹੜਾ ਥੋੜ੍ਹਾ ਜਿਹਾ ਵੱਡਾ ਹੁੰਦਾ ਹੈ, ਬਗਲਾ ਆਕਾਰ 'ਚ ਛੋਟਾ ਹੈ। ਇਹ ਬਗਲੇ ਦੀਆਂ ਲੱਤਾਂ ਵੀ ਲੰਬੀਆਂ ਨੇ, ਧੌਣ ਲੰਬੀ ਹੈ ਤੇ ਹੰਸ ਦੀ ਵੀ ਹੈ। ਹੰਸ ਮਾਨਸਰੋਵਰ ਕੰਢੇ ਰਹਿੰਦਾ ਹੈ ਤੇ ਬਗਲਾ ਵੀ ਪਾਣੀਆਂ ਦੇ ਕੰਢੇ ਜਿਹੜਾ ਉਹ ਛੱਪੜਾਂ ਤੇ ਰਹਿੰਦਾ ਹੈ। ਹੰਸ ਇੱਕ ਟਿਕ ਟਿੱਕੀ ਲਾਉਂਦਾ ਹੈ, ਉਹ ਜਿਹੜਾ ਹੀਰੇ ਮੋਤੀ ਖਾਂਦਾ ਹੈ, ਉਹਦੇ ਕੋਲ ਗੁਣ ਨੇ। ਤੇ ਜਿਹੜਾ ਇੱਕ ਟਿਕ ਟਿੱਕੀ ਲਾ ਕੇ ਜਿਹੜਾ ਉਹ ਬਗਲਾ ਵੀ ਬੈਠਦਾ ਹੈ। ਕਿਤੇ ਛੱਪੜ ਕਿਨਾਰੇ ਤੁਸੀਂ ਬਗਲਾ ਵੇਖਿਆ ਹੋਵੇ, ਉਹ ਇੱਕ ਲੱਤ ਤੇ ਖੜਾ ਹੁੰਦਾ ਹੈ। ਇਹਦਾ ਭਾਵ ਨਹੀਂ ਇਹ ਨਹੀਂ ਉਹ ਬੰਦਗੀ ਕਰਦਾ ਹੈ, ਉਹ ਛੱਪੜ 'ਚੋਂ ਮੱਛੀ ਲੱਭਦਾ ਹੈ। ਜਦੋਂ ਉਹਦੀ ਧਿਆਨ ਦੇ ਵਿੱਚ ਮੱਛੀ ਆਉਂਦੀ, ਇੱਕ ਦਲ ਝਪਟ ਮਾਰ ਕੇ ਤੇ ਮੱਛੀ ਨੂੰ ਮੂੰਹ ਦੇ ਵਿੱਚ ਲੈ ਜਾਂਦਾ ਹੈ। ਹੁਣ ਬਗਲਾ ਤੇ ਹੰਸ ਵੇਖਣ ਨੂੰ ਇੱਕੋ ਲੱਗਦੇ ਨੇ, ਗੁਣ ਤੇ ਔਗੁਣਾਂ ਦਾ ਜ਼ਮੀਨ ਅਸਮਾਨ ਦਾ ਅੰਤਰ ਹੈ। ਕੁਝ ਇਹੋ ਜਿਹੇ ਗੁਰਮੁਖ ਪਿਆਰੇ ਨੇ ਜਿਹੜੇ ਸਾਧੂ ਮਹਾਤਮਾ ਰੱਬ ਦੇ ਨਾਲ ਪਹੁੰਚੇ ਹੋਏ ਨੇ। ਮੈਂ ਇੱਥੇ ਇੱਕ ਬੇਨਤੀ ਕਰ ਦੇਵਾਂ, ਠੀਕ ਹੈ, ਮੈਂ ਬੜੀ ਵਾਰੀ ਇਹਨਾਂ ਚੀਜ਼ਾਂ ਦਾ ਖੰਡਨ ਕਰਦਾ। ਇੱਕ ਗੱਲ ਯਾਦ ਰੱਖਿਓ, ਅਸਲੀਅਤ ਹੈ ਉਹਦੀ ਹੀ ਨਕਲ ਕੀਤੀ ਜਾਂਦੀ ਹੈ। ਕੋਈ ਚੀਜ਼ ਅਸਲ 'ਚ ਹੈ ਉਹਦੀ ਕਾਪੀ ਕਰੋਗੇ ਨਾ ਤੁਸੀਂ। ਮੰਨ ਲਓ ਸਾਡੇ ਕੋਲ ਡਿਗਰੀ ਹੈ, ਡਿਗਰੀ ਕਿੰਨੀਆਂ ਹੁੰਦੀ, ਇੱਕ ਡਿਗਰੀ ਹੈ ਨਾ, ਉਹਦੀਆਂ ਫੋਟੋ ਕਾਪੀਆਂ ਅਸੀਂ ਸਾਰੀ ਉਮਰ ਕਰਾਉਂਦੇ ਰਹਿੰਦੇ ਹਾਂ। ਇੱਕ ਕਿਤੇ ਨਾਮ ਬੰਦਗੀ ਵਾਲਾ ਸਮਾਜ ਦੇ ਵਿੱਚ ਆਣ ਕੇ ਉਹਦਾ ਪਾਰ ਉਤਾਰਾ ਕਰ ਦਿੰਦਾ, ਬਸ ਉਹਦੇ ਨਾਂ ਦੇ ਉੱਤੇ ਕਈ ਸਾਲ ਲੋਕ ਜਿਹੜੇ ਰੋਟੀਆਂ ਸੇਕਦੇ ਰਹਿੰਦੇ ਨੇ। ਹੁਣ ਬਗਲੇ ਦੀ ਸਮਾਧੀ ਜਿਹੜੀ ਆਮ ਲੋਕਾਂ ਦੇ ਵਿੱਚ ਪ੍ਰਚਲਿਤ ਹੈ, ਸਾਡੇ ਸਿੱਖਾਂ ਦੇ ਵਿੱਚ ਵੀ ਜਿਹੜੇ ਐ ਸਮਾਧੀ ਲਾ ਕੇ ਬੈਠੇ ਹੋਣਗੇ, ਇਹ ਪ੍ਰੈਕਟਿਸ ਹੋ ਜਾਂਦੀ। ਹਰੇਕ ਮਨੁੱਖ ਦੀ ਪ੍ਰੈਕਟਿਸ ਹੈ। ਜਿਹੜਾ ਕੰਪਿਊਟਰ ਤੇ ਬੈਠਦਾ ਹੈ, ਉਹਦੀ ਕੁਰਸੀ ਤੇ ਬੈਠਣ ਦੀ 8-8 ਘੰਟਿਆਂ ਦੀ, 4-4 ਘੰਟਿਆਂ ਦੀ ਪ੍ਰੈਕਟਿਸ, ਉਹ ਲਗਾਤਾਰ ਕੰਪਿਊਟਰ ਚਲਾਈ ਜਾਂਦਾ ਹੈ। ਜਿਹਦੀ ਖਲੋ ਕੇ ਕੰਮ ਕਰਨ ਦੀ ਪ੍ਰੈਕਟਿਸ, ਉਹ ਉਹਦੇ ਹਿਸਾਬ ਨਾਲ ਪ੍ਰੈਕਟਿਸ ਕਰਦਾ ਹੈ। ਸਾਡੀ ਹੁਣ ਕੰਮ ਸਾਡਾ ਬੈਠਣ ਦਾ ਹੈ, ਦਾਸ ਦਾ ਕੰਮ ਕਥਾ ਦਾ ਹੈ। ਜੇ ਇੱਕ ਪਾਠੀ ਸਿੰਘ ਬੈਠਦਾ ਹੈ, ਰਾਗੀ ਸਿੰਘ ਬੈਠਦਾ, ਗ੍ਰੰਥੀ ਸਿੰਘ, ਸਾਡਾ ਪ੍ਰੈਕਟਿਸ ਹੈ। ਅਸੀਂ 4-4 5-5 ਘੰਟੇ ਚੌਂਕੜਾ ਬਿਨਾਂ ਲੱਤਾਂ ਹਿਲਾਏ ਮਾਰ ਸਕਦੇ ਹਾਂ। ਪਰ ਇਸ ਚੌਂਕੜੇ ਦਾ ਲੱਗ ਜਾਣਾ ਦਾ ਭਾਵ ਇਹ ਨਹੀਂ ਕਿ ਇਹ ਮਨੁੱਖ ਰੱਬ ਦੇ ਨਾਲ ਪਹੁੰਚ ਚੁੱਕਾ ਹੈ। ਮੈਂ ਅਸਲ ਦੇ ਵਿੱਚ ਜਿਹੜੀ ਬੇਨਤੀ ਕਰਨੀ ਚਾਹੁੰਦਾ, ਗੁਰਮੁਖੋ, ਮਨੁੱਖ ਦੇ ਲਈ ਜਾਂ ਇਉਂ ਕਹਿਣਾ ਸਿੱਖ ਲਈ ਸਭ ਤੋਂ ਜ਼ਰੂਰੀ ਸਿਮਰਨ ਹੈ, ਨਾਮ ਹੈ, ਬੰਦਗੀ ਹੈ। ਹੁਣ ਮੈਂ ਤੁਹਾਨੂੰ ਕਹਿ ਦੇਵਾਂ ਜੀ ਚੌਂਕੜਾ ਮਾਰ ਕੇ ਨਿਤਨੇਮ ਕਰਨਾ ਹੈ, ਅੱਜ ਸੱਚੀ ਗੱਲ ਹੈ ਅੱਧਾ ਘੰਟਾ ਬਹੁਤ ਘੱਟ ਇਹੋ ਜਿਹੇ ਜਗਿਆਸੂ ਜੀਵ ਨੇ ਜਿਨ੍ਹਾਂ ਦੇ ਕੋਲ ਚੌਂਕੜਾ ਵੱਜਦਾ। ਗੋਡੇ ਸਾਡੇ ਦੁਖਦੇ ਨੇ, ਬਜ਼ੁਰਗਾਂ ਦੇ ਉੱਦਾਂ ਦੁਖਦੇ ਨੇ, ਰਹਿੰਦੇ ਖੁੰਦੇ ਤੁਹਾਡੇ ਏਸੀ ਨਹੀਂ ਟਿਕਣ ਦਿੰਦੇ, ਏਸੀਆਂ ਦੇ ਨਾਲ ਸਾਰਿਆਂ ਦੇ ਦੁਖਦੇ ਨੇ। ਹੁਣ ਅੱਧਾ ਘੰਟਾ ਨਿਤਨੇਮ ਕਰਨ ਲੱਗੇ, ਤੁਸੀਂ 4 ਵਾਰ ਚੌਂਕੜਾ ਹਿਲਾ ਲਿਆ, ਧਿਆਨ ਤੇ ਤੁਹਾਡਾ ਲੱਤਾਂ ਦੇ ਵਿੱਚ ਆ ਗਿਆ, ਆਉਂਦਾ ਨਾ। ਇਸ ਗੱਲ ਨੂੰ ਮੰਨੋ, ਨਿਤਨੇਮ ਕਰ ਰਹੇ ਜੇ, ਧਿਆਨ ਲੱਤ 'ਚ ਆ ਗਿਆ ਕਿ ਲੱਤ ਦਰਦ ਨਾਲ ਭਰ ਗਈ ਹੈ, ਧਿਆਨ ਬਾਣੀ 'ਚ ਲਾਉਣਾ ਸੀ, ਧਿਆਨ ਲੱਤ ਦੇ ਵਿੱਚ ਆ ਗਿਆ। ਇਸ ਕਰਕੇ ਜਿਵੇਂ ਵੀ ਬੈਠਾ ਜਾਂਦਾ ਹੈ, ਇਹ ਮੈਂ ਬਿਲਕੁਲ ਸਪਸ਼ਟ ਕਰ ਦੇਵਾਂ,
जिवें भी बैठा जाता उदां ही बैठ के एक सुरत होकर परमात्मा की बंदगी करनी है। बाणी का प्रमाण है, कह लगे प्रभ की उस्तत करो संत मीत, किदा करो सावधान एकाग्र चित। तेरा चित्त एकाग्र होना चाहिए। शरीर हो सकता है कि किसी का लत्त का ऑपरेशन होया होवे, किसी के गोडियां दे पेज पूज पए होने, किसी को कोई प्लस्तर लगा, कोई मुश्किल हो सकती है, उहदे को नहीं बैठा जा सकता, बैठन च प्रॉब्लम है। मैं इत्थों तक कहना जे नहीं बैठा जाता तुसीं तुर फिर के भी नितनेम कर सकते जे बाणी नहीं जे रोकदी। जे नहीं तुहाडे को बैठा जाता तुर फिर के नितनेम कर लो, कुर्सी ते बह के नितनेम कर लो, पर नितनेम जरूर करो। सिख नाम जरूर जपे। रात नूं लम्मे पए जे, बीमार है मनुख, हुण एक बीमार आखे मैं नितनेम नहीं करना, नहीं, बीमार नूं तुसीं किसी भी तरीके नाल इंतजाम करके दिओ। जो गुटका साहब फड़ सकदा वधिया है, नहीं तो उन्होंने मोबाइल दिओ, मोबाइल दे उत्तों नितनेम करे। नितनेम जरूरी है, बाणी जरूरी है। जे नहीं चौंकड़ा वजदा तो कोई एडी वड्डी आफत नहीं आ जाती। चौंकड़ा मारना मैं पहला कहा चंगी गल है, पर चौंकड़े दे नाल रब दी प्राप्ति नहीं। रब दी प्राप्ति सिमरन दे नाल होनी है, बंदगी दे नाल होनी है। अज बहुत थावां ते ये वेख्या जाता है, अद्धे ते असीं बच्चों नूं जां असीं संगत नूं इदां ही भजा देने कि पहले तू चौंकड़ा मार। हुण जिहड़ा अद्धा घंटा चौंकड़ा नहीं मारदा, वो बेचारा मत्था टेक के नाल ही गुरुद्वारे तो बाहर हो जाता। मैं लत्तां सीधियां कर लियां ते पता नहीं बाबे ने किहड़ी जिहड़ी है मैनूं बरछा फड़ के नगा देना है। सो इन्हां वहमां दे उत्तों निकलो। हाँ, गुरु साहब वाला लत्तां करके कदी नहीं, लत्तां नहीं खिलारनियां, ये मर्यादा है। मान लो संगत बैठी है ना, जिवें असीं घर मंजे ते लत्तां सीधियां करदे, इहदा गुरु साहब वाल लत्तां नहीं करनियां, ये सत्कार का प्रतीक है। वैसे तुसीं लत्तां उत्ते थल्ले इधर उधर करके खलो के बह के लम्मे पै के बाणी पढ़ सकते जो, गुरमत नहीं इनू रोकदी। सतगुरु इत्थे समझा रहे हैं जिहड़े इहो जे कर्म करते सन, सतगुरु कहंदे तेरी समाधि बगले वांग है। हुण एक बगले का प्रतीक सतगुरां ने दिता, कहण लगे एक मनुख जिहड़ा उस समाधि ला के बैठा है, लोग जानते हैं कि यह साधु संत महात्मा होवेगा, पर उहदा ध्यान केवल तो केवल माया दे विच हुंदा। इदां दे साडे बड़े महात्मा ने जिहड़ा ऐ चौंकड़ा ला के बैठे हुंदे ने, पर उन्हां दा ध्यान इन्ना कि हुंदा कि अज संगत किन्नी क आ गई तो मेरी गोलक किन्नी क भर गई। मैं गुरमुखों बेनती करा, इन्हां पखंडियां तो बचो। गुरु नानक साहब कह रहे हैं, सतगुरु कह लगे पढ़ पुस्तक संध्या बादंग, सिल पूजे सबगल समादंग। हुण इहो जे लोग की करदे ने, कहंदे मुख झूठ विभूखण सारंग। झूठ कहंदे इहो जिहा बोलदे ने मूँह दे उत्तों, विभूखण कहंदे ने गहणियां नूं। सारंग दा अर्थ विद्वानां ने श्रेष्ठ भी कीता है, ते सारंग दा अर्थ लोहा भी हुंदा है। आपां लोहा कर लईए तो ज़्यादा वधिया रहूगा। हुण जिस वेले गोल्ड जिहड़ा है वो होंद दे विच आउंदा, सोने दे गहणे मिलदे ने, सोने दे गहणियां तो ज़्यादा जिहड़े वो आम आपां जिहड़े वो आर्टिफिशियल पाउने आ, डुप्लीकेट पाउने आ ना, सोने दी झाल वाले पाए जांदे ने। हुण एक मनुख सोने की झाल वाले गहने पा के ते असली सोने का भुलेखा पाउंदा है। सतगुरु कहंदे ये मनुख धर्म की दुनिया इन्ना कुछ श्रृंगार के झूठ बोलता कि लोग कहते कि इन्हें बिल्कुल ही सच बोल दिता। मुख झूठ विभूखण सारंग, मूँह तो झूठ इदां बोलता जिवें एक सुनियार गहने नूं श्रृंगार के रखता है ना, ये झूठ नूं भी श्रृंगार के ते लोकां दे विच उहनूं सच बना के ते पेश कर दिंदा है। इनू मनोविग्यान इउं पेश करता है जी। मनोविग्यान कहता एक चीज़ नूं, एक झूठ नूं तुसीं बार बार रिपीट करी जाओगे ना, वो भी मनुख नूं सच ही भासेगा। मनोविग्यान का अपना एक विषय होंदा। अज असीं मनोविग्यान हौली हौली मन्नांगे। मनोविग्यान ये गल कहंदी है कोई भी गल है, कईयां दे झूठ बोलण दा तजर्बा बड़ा हुंदा, इन्ने क चेहरे दे हाव भाव हुंदे कि वाकई सच्ची भी बंदे ने सच ही बोल दिता। सो सतगुरु कहण लगे इहो जे बंदियां तो बचो। मेरे वर्गे ने सीधा फड़ के तवा लाता। हुण कईयां नूं मेरी ये गल्लां चुभदियां ने भी बाबा जी ने आ कहता, वो फिर इहो जिहे हाव भाव दे नाल स्पष्टीकरण देणगे, नहीं जी इदां ते हुंदा ही नहीं, गुरमत दे विच इदां नहीं। सो सतगुरु कहंदे मनुख झूठ भी इदां दा, धर्मी लोग झूठ भी इदां दा बोलदे ने जिवें एक सुनियार वीर ऐ गहणिਆਂ ਨੂੰ ਸ਼ਿੰਗਾਰ के रखदा है। मुख झूठ विभूखण सारंग, त्रैपाल तिहाल विचारंग। त्रैपाल का अर्थ है तीन पालां वाला। इनू समझना सौखा हो जाएगा। जिवें असीं चौपाई साहब पढ़ते हैं ना, चौपाई साहब का सरलेख है जी कबिओ बाच बेनती। चौपाई कबिओ बाच उहदा सरलेख है बेनती। चौपाई का अर्थ है चार पदियां वाली, उहदियां चार चार पालां ने, चार चार पंक्तियां ने। इदां गुरु ग्रंथ साहब दे विच दो पदे आउंदे ने, तिपदे आउंदे ने, चौपदे आउंदे ने ते अष्टपदी आउंदी है, जिन्हां दे 8-8 पंक्तियां हुंदियां ने। इत्थे सतगुरु कह लगे त्रैपाल भाव तिन्नां लाइनां वाला गायत्री मंत्र। ये मंत्र तिहाल का अर्थ है जी त्रै काल, सवेरे दोपहरे ते शाम। विचारंग, विचारंग का अर्थ विचार की जाती है।
ਉਹਨੂੰ ਜਪਿਆ ਜਾਂਦਾ, ਪੜ੍ਹਿਆ ਜਾਂਦਾ। ਸਤਿਗੁਰੂ ਕਹਿਣ ਲੱਗੇ ਪੰਡਿਤ ਜੀ, ਵਿਦਵਾਨ ਜੀ, ਬ੍ਰਾਹਮਣ ਜੀ, ਤੁਸੀਂ ਕੀ ਕਰਦੇ ਜੇ ਕਿ 3 ਟਾਈਮ ਜਿਹੜਾ ਉਹ ਗਾਇਤਰੀ ਮੰਤਰ ਵੀ ਜਿਹੜਾ ਐ ਰਟਨ ਲਾ ਕੇ ਬੜੀ ਸਮਾਧੀ ਦੇ ਨਾਲ ਉਹਨੂੰ ਪੜ੍ਹਦੇ ਜੇ। ਅੱਗੇ ਕੀ ਕਰਦਾ ਏ? ਕਹਿਣ ਲੱਗੇ ਗਲ ਮਾਲਾ, ਤਿਲਕ, ਲਿਲਾਟੰਗ। ਮਾਲਾ ਜਿਹੜਾ ਇਹ ਧਾਰਮਿਕ ਚਿੰਨ੍ਹ ਹੈ। ਕੁਝ ਇਹੋ ਜਿਹੀਆਂ ਸਾਡੇ ਕੋਲ ਚੀਜ਼ਾਂ ਹੁੰਦੀਆਂ ਨੇ, ਇਹ ਜਿਹੜੇ ਚਿੰਨ੍ਹ ਪ੍ਰਤੀਕ ਹੁੰਦੇ ਨੇ ਕਿ ਇਹ ਮਨੁੱਖ ਕਿਵੇਂ ਦਾ ਹੈ। ਇੱਕ ਮਨੁੱਖ ਨੇ ਖਾਕੀ ਵਰਦੀ ਪਾਈ ਹੋਈ ਹੈ ਜਾਂ ਖਾਕੀ ਪੱਗ ਬੱਧੀ ਹੈ, ਕਾਹਦਾ ਪ੍ਰਤੀਕ ਹੈ? ਉਹ ਜਿਹੜਾ ਪੁਲਿਸ ਦੇ ਵਿੱਚ ਹੈ। ਇੱਕ ਨੇ, ਮੈਂ ਪਿਛਲੇ ਸਮੇਂ 'ਚ ਵੀ ਚਿੰਨ੍ਹਾਂ ਦੀ ਅਰਜ਼ ਕੀਤੀ ਸੀ, ਇੱਕ ਨੇ ਵਾਈਟ ਕੋਟ ਪਾਇਆ ਹੋਇਆ ਹੈ, ਉਹ ਕਾਹਦਾ ਪ੍ਰਤੀਕ ਹੈ? ਇਹ ਡਾਕਟਰ ਹੈ। ਇੱਕ ਨੇ ਬਲੈਕ ਕੋਟ ਪਾਇਆ ਹੋਇਆ, ਉਹ ਵਕੀਲ ਦਾ ਪ੍ਰਤੀਕ। ਇਹ ਪ੍ਰਤੀਕ ਨੇ। ਜਿਹੜੀ ਮਾਲਾ ਇਹ ਧਾਰਮਿਕ ਚਿੰਨ੍ਹ ਸੀ। ਜਿਹੜਾ ਮਾਲਾ ਹੱਥ 'ਚ ਫੜੀ ਫਿਰਦਾ ਸੀ, ਇਹਦਾ ਭਾਵ ਸੀ ਇਹ ਕਿਤੇ ਰੱਬ ਰੱਬ ਜਪਦਾ ਹੋਏਗਾ। ਹੁਣ ਮਾਲਾ ਹੈ ਤੇ ਹੱਥ 'ਚ ਫੜਨ ਵਾਸਤੇ ਸੀ, ਹੱਥ ਨੇ ਜਪਣਾ ਨਾ। ਵੈਸੇ ਗੁਰਮਤਿ ਮਾਲਾ ਨੂੰ ਨਹੀਂ ਮੰਨਦੀ, ਚਲੋ ਜਿਹੜੇ ਮਾਲਾ ਫੇਰਦੇ ਨੇ ਹੱਥ 'ਚ ਫੇਰਦੇ ਨੇ। ਸਤਿਗੁਰੂ ਕਹਿੰਦੇ ਇਹਨੇ ਹੱਥ 'ਚ ਕੀ ਮਾਲਾ ਫੇਰਨੀ ਸੀ? ਗਲ ਦੇ ਵਿੱਚ ਪਾ ਲਈ ਕਿ ਮੈਂ ਪਤਾ ਨਹੀਂ ਕਿੱਡਾ ਤਗੜਾ ਤਪਵਸੀ ਵੀ ਆ। ਇਹ ਭੇਖ ਬਣਾ ਲਿਆ ਗਲ ਮਾਲਾ। ਕਹਿੰਦੇ ਗਲ ਦੇ ਵਿੱਚ ਮਾਲਾ ਪਾ ਲਈ। ਤਿਲਕ, ਕੇਸਰ ਦਾ ਤਿਲਕ ਲਾਇਆ ਜਾਂਦਾ। ਕਿੱਥੇ? ਲਿਲਾਟੰਗ। ਲਿਲਾਟ ਦਾ ਅਰਥ ਆ ਮੱਥੇ ਦੇ ਵਿੱਚ, ਸੈਂਟਰ ਦੇ ਵਿੱਚ ਬਿਲਕੁਲ। ਕਹਿੰਦੇ ਮੱਥੇ ਦੇ ਸੈਂਟਰ ਦੇ ਵਿੱਚ ਬਿਲਕੁਲ ਜਿਹੜਾ ਇਹ ਤਿਲਕ ਲਾਉਂਦਾ ਪਿਆ ਹੈ, ਗਲ 'ਚ ਮਾਲਾ ਪਾਈ ਹੈ। 2 ਧੋਤੀ, ਆਪਾਂ ਪਿੱਛੇ ਜ਼ਿਕਰ ਕੀਤਾ ਸੀ, 2 ਧੋਤੀਆਂ ਰੱਖੀਆਂ ਨੇ ਇਹਨੇ। ਬਸਤਰ ਕਪਾਟੰਗ, ਕਪਾਟ ਦਾ ਅਰਥ ਹੁੰਦਾ ਤਾਲੂ, ਭਾਵ ਅਰਥ ਕਰਾਂਗੇ ਆ ਸਾਡਾ ਸਿਰ। ਕਹਿੰਦੇ ਇਹ 2 ਧੋਤੀਆਂ ਕੋਲ ਰੱਖਦਾ ਹੈ। ਸੰਧਿਆ ਕਰਨ ਵੇਲੇ ਇੱਕ ਗੰਦੀ ਹੁੰਦੀ ਹੈ, ਦੂਸਰੀ ਬਦਲ ਲੈਂਦਾ ਹੈ ਤੇ ਸਿਰ ਦੇ ਉੱਤੇ ਕੱਪੜਾ ਦੇ ਦਿੰਦਾ ਹੈ, ਭਾਵ ਸਿਰ ਨੂੰ ਇਹ ਢੱਕ ਲੈਂਦਾ ਹੈ। ਤੇ ਮੈਂ ਉਸ ਦਿਨ ਵੀ ਕਿਹਾ ਸੀ 2-2 ਕਛਹਿਰੇ ਤੇ ਅਸੀਂ ਵੀ ਚੁੱਕੀ ਫਿਰਦੇ ਹਾਂ। ਇੱਕ ਸਾਡਾ ਸਿੱਖਾਂ ਦੇ ਵਿੱਚ ਇਹੋ ਜਿਹਾ ਫਿਰਕਾ ਜੀ, ਇਹ ਉਹ ਜੇ ਟੋਇਲਟ ਵੀ ਜਾਂਦੇ ਨੇ ਨਾ, ਉਹ ਨਹਾ ਧੋ ਕੇ ਸਾਰੇ ਕੱਪੜੇ ਧੋ ਦਿੰਦੇ ਨੇ। ਉਹ ਮੈਂ ਇੱਕ ਉਹਨਾਂ ਨੂੰ ਜਾਣਦਾ, 1-2 ਜਾਣਿਆਂ ਨੂੰ। ਉਹ ਕਹਿੰਦੇ ਜੀ ਸਾਡੇ ਮਹਾਂਪੁਰਖ ਕਹਿੰਦੇ ਨੇ ਕਿ ਬਸਤਰ ਸੁੱਚੇ ਰੱਖਣੇ ਨੇ, ਬਸਤਰ ਸੁੱਚੇ ਰੱਖਣੇ ਮੁਬਾਰਕ ਨੇ। ਮੈਂ ਮੰਨਦਾ ਹਾਂ, ਜਿਵੇਂ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਣਾ, ਮੇਰੇ ਵਾਸਤੇ ਅੱਤ ਲਾਜ਼ਮੀ ਹੈ ਮੇਰੇ ਕੱਪੜੇ ਸਾਫ਼ ਸੁਥਰੇ ਸੁੱਚੇ ਹੋਵਣ। ਪਰ ਆਮ ਮਨੁੱਖ ਜਿੰਨੇ ਘਰ ਦਾ ਕੰਮ ਕਰਨਾ ਹੈ, ਕੋਈ ਆਪਣਾ ਦਫ਼ਤਰ ਦਾ ਕੋਈ ਕੰਮ ਕਰਨਾ, ਉਹਦੇ ਵਾਸਤੇ ਇੰਨੀਆਂ ਬੰਦਿਸ਼ਾਂ ਕਿਸੇ ਵੇਲੇ ਨਹੀਂ ਉਹ ਮੰਨ ਸਕਦਾ। ਪਰ ਉਹ ਮੈਂ ਉਹਨਾਂ ਵੇਖਿਆ ਜੀ, ਸਾਡੇ ਰਿਸ਼ਤੇਦਾਰ ਨੇ, ਉਹ ਵਿਚਾਰੇ ਜਿਹੜਾ ਕੱਪੜਾ 6 ਮਹੀਨੇ ਕੱਢਣਾ ਧੋ ਕੇ ਮਹੀਨੇ 'ਚ ਉਹਦੀ ਜਖਣਾ ਵੱਢ ਦਿੰਦੇ ਨੇ ਕੱਪੜੇ ਦੀ। ਕੱਪੜੇ ਧੋਈ ਜਾਂਦੇ, ਕੱਪੜੇ ਧੋਈ ਜਾਂਦੇ। ਉਹ ਇੱਦਾਂ ਦੇ ਵਹਿਮ ਭਰਮ ਦੇ ਵਿੱਚ ਨਹੀਂ ਪੈਣਾ। ਮੈਂ ਸੋਚਦਾ ਹੁੰਦਾ ਵੀ ਜਿਸ ਦਿਨ ਉਹਨਾਂ ਦੇ ਕਿਤੇ ਪੇਟ 'ਚ ਗੜਬੜ ਹੋ ਜੇ ਤੇ ਉਹ ਵਿਚਾਰੇ ਨਹਾਉਣ 'ਚੋਂ ਨਹੀਂ ਨਿਕਲਦੇ, ਬਾਥਰੂਮ 'ਚੋਂ ਹੀ ਨਹੀਂ ਨਿਕਲਦੇ। ਇਹ ਇੱਦਾਂ ਦੇ ਵਹਿਮਾਂ ਦੇ ਵਿੱਚ ਕਦੀ ਨਹੀਂ ਪੈਣਾ। ਇਹ ਸਾਡਾ ਫਿਰਕਾ ਹੈ ਸਿੱਖ ਧਰਮ ਦੇ ਵਿੱਚ। ਉਹ ਕਹਿੰਦਾ ਜੀ ਇਸ਼ਨਾਨ ਜ਼ਰੂਰੀ ਹੈ, ਪਵਿੱਤਰਤਾ ਜ਼ਰੂਰੀ ਹੈ ਸਰੀਰ ਦੀ, ਕਿਉਂਕਿ ਜਦੋਂ ਮਨੁੱਖ ਅੰਦਰ ਬਾਹਰ ਜਾਂਦਾ ਹੈ ਸਰੀਰ ਦਾ ਸਾਫ਼ ਰੱਖਣਾ ਅੱਤ ਲਾਜ਼ਮੀ ਹੈ। ਪਰ ਜਦੋਂ ਖਾਸ ਕਰਕੇ ਗੁਰੂ ਘਰ 'ਚ ਆਉਣਾ ਉਦੋਂ ਜ਼ਿਆਦਾ ਹੈ। ਵੈਸੇ ਘਰ 'ਚ ਆਉਂਦੇ ਆ, ਬੈਠਦੇ ਉੱਠਦੇ ਆ, ਸਰੀਰ 'ਚ ਦੁੱਖ ਸੁੱਖ ਆਉਂਦਾ ਰਹਿੰਦਾ, ਸਾਡੇ 9 ਦੁਆਰੇ ਰਿਸਦੇ ਰਹਿੰਦੇ ਨੇ। ਇਹਦਾ ਇੰਨਾ ਵਹਿਮ ਨਹੀਂ ਕਰਨਾ। ਹੁਣ ਇਹ ਪੰਡਤਾਂ ਵਾਲੇ ਕਰਮ ਨੇ। ਪੰਡਤ ਵੀ ਨਹਾ ਧੋ ਕੇ ਆਉਂਦੇ ਸਨ। ਧੋਣਾ ਤੇ ਅੰਦਰ ਨੂੰ ਸੀ, ਸਾਫ਼ ਤੇ ਮਨ ਰੱਖਣਾ ਸੀ, ਪਰ ਮਨ ਅੰਦਰ ਗੰਦੇ ਦਾ ਗੰਦਾ ਹੈ। ਸਤਿਗੁਰੂ ਕਹਿੰਦੇ ਤੂੰ ਆਪਣੇ ਤਨ ਨੂੰ ਹੀ ਕੇਵਲ ਤੇ ਕੇਵਲ ਸਾਫ਼ ਕਰੀ ਜਾ ਰਿਹਾ। 2 ਧੋਤੀ, ਬਸਤਰ ਕਪਾਟੰਗ। ਤੇ ਜਦੋਂ ਉਹ ਸੰਧਿਆ ਕਰਦਾ ਹੈ, 3 ਪਾਲ ਪੜ੍ਹਦਾ ਹੈ ਤੇ ਕਹਿਣ ਲੱਗੇ ਉਦੋਂ ਸਿਰ ਤੇ ਜਿਹੜਾ ਹੈ ਤੂੰ ਕੱਪੜਾ ਦੇ ਦੇਣਾ ਹੈ। ਅੱਗੇ ਸਤਿਗੁਰੂ ਕਹਿਣ ਲੱਗੇ ਜੇ ਜਾਣਸ ਬ੍ਰਹਮੰ ਕਰਮੰ। ਕਹਿਣ ਲੱਗੇ ਪੰਡਿਤ ਜੀ ਆ ਕਿਹੜੇ ਕਰਮਾਂ 'ਚ ਪੈ ਗਏ ਜੀ? ਜੇ ਤੁਹਾਨੂੰ ਅਸਲੀ ਬ੍ਰਹਮ ਕਰਮ ਦੀ ਪਛਾਣ ਹੁੰਦੀ ਨਾ, ਤੁਹਾਨੂੰ ਪਤਾ ਲੱਗਦਾ ਰੱਬ ਕਿਹੜੇ ਕਰਮ ਨਾਲ ਖੁਸ਼ ਹੋਣਾ ਹੈ। ਤੇ ਸਭ ਫੋਕਟ ਨਿਸ਼ਚਉ ਕਰਮੰਗ। ਤੇ ਮੈਂ ਯਕੀਨ ਦੇ ਨਾਲ ਕਹਿੰਦਾ ਇਹ ਜਿੰਨੇ ਵੀ ਤੁਸੀਂ ਕਰਮ ਕਰਦੇ ਸੇ ਤੁਹਾਨੂੰ ਸਾਰੇ ਦੇ ਸਾਰੇ ਝੂਠੇ ਲੱਗਣੇ ਸਨ। ਮੇਰਾ ਸਮਾਂ ਹੋ ਗਿਆ। ਇਹ 4 ਪੰਕਤੀਆਂ ਬੱਚੀਆਂ ਨੇ, ਆਪਾਂ ਭਾਵਰਥ ਇਹਦੇ ਕੱਲ ਕਰਾਂਗੇ, ਅਗਲੀਆਂ ਪੜ੍ਹ ਦਿੰਦਾ ਮੈਂ। ਕਹੋ ਨਾਨਕ ਨਿਸ਼ਚਉ ਤੇ ਆਵੈ। ਸਤਿਗੁਰੂ ਕਹਿੰਦੇ ਗੱਲ ਇੱਥੇ ਮੁੱਕਦੀ ਹੈ। ਜਿਹੜਾ ਭਰੋਸੇ ਦੇ ਨਾਲ ਪਰਮਾਤਮਾ ਨੂੰ ਜਪਦਾ ਹੈ, ਬਿਨ ਸਤਿਗੁਰ ਵਾਟ ਨਾ ਪਾਵੈ, ਉਹ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ। ਪਰ ਗੁਰੂ ਤੋਂ ਬਿਨਾਂ ਉਹਨੂੰ ਰੂਹਾਨੀਅਤ ਦਾ ਰਸਤਾ ਜਿਹੜਾ ਉਹ ਨਹੀਂ ਨਸੀਬ ਹੁੰਦਾ। ਤੇ ਆਪਾਂ ਵਿਚਾਰ ਇੱਥੇ ਛੱਡੀ ਹੈ ਜੀ। ਜੇ ਜਾਣਸ ਬ੍ਰਹਮੰ ਕਰਮੰ, ਜਦੋਂ ਮਨੁੱਖ ਨੂੰ ਬ੍ਰਹਮ ਕਰਮ ਦੀ ਸਮਝ ਲੱਗਦੀ ਹੈ ਨਾ, ਉਦੋਂ ਬਾਕੀ ਕਰਮ ਕਾਂਡ ਉਹਨੂੰ ਜਿਹੜੇ ਨੇ ਉਹ ਫੋਕਟ ਲੱਗਦੇ ਨੇ। ਸਭ ਫੋਕਟ ਨਿਸ਼ਚੋ ਕਰਮੰ। ਉਹ ਕਿਵੇਂ ਬ੍ਰਹਮ ਦੀ ਸਮਝ ਲੱਗਦੀ ਹੈ, ਕਿਹੜੇ ਕਰਮ ਕਾਂਡ ਫੋਕਟ ਹੁੰਦੇ ਨੇ, ਇਹਦੀ ਵਿਚਾਰ ਆਪਾਂ ਡਿਟੇਲ ਦੇ ਨਾਲ ਕੱਲ ਨੂੰ ਵਾਚਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ। ਇਹ ਸਮੁੱਚੇ ਸ਼ਬਦ ਦਾ ਭਾਵ ਇੰਨਾ ਕੁ ਹੈ ਕਿ ਭਲਿਆ ਤੂੰ ਪਰਮਾਤਮਾ ਦੇ ਭਰੋਸਾ ਰੱਖ, ਅੰਦਰ ਹਿਰਦਾ ਸਾਫ਼ ਰੱਖ, ਬਾਰੀ ਵਿਖਾਵਾ ਨਾ ਕਰ। ਰੱਬ ਵਿਖਾਵੇ ਦੇ ਨਾਲ ਨਹੀਂ, ਰੱਬ ਭਾਵਨਾ ਦੇ ਨਾਲ ਮਿਲਦਾ ਹੈ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਕਹੋ ਨਾਨਕ ਨਿਹਚੋ ਧਿਆਵੈ, ਵਿਨ ਸਤਿਗੁਰ ਵਾਟ ਨਾ ਪਾਵੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ।